ਤਾਂ ਇੱਕ ਪਾਸੇ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਲਗਾਤਾਰ ਸਿਆਸਤ ਪੱਕੀ ਹੋਈ ਹੈ ਤਾਂ ਦੂਜੇ ਪਾਸੇ ਆਪਣੀ ਭਾਈਵਾਲ ਮੋਦੀ ਸਰਕਾਰ ਦੇ ਖਿਲਾਫ ਅਕਾਲੀ ਦਲ ਦੇ ਵੱਲੋਂ ਮੈਗਾ ਪਲਾਨ ਤਿਆਰ ਕਰ ਲਿਆ ਗਿਆ ਹੈ। ਜੀ ਹਾਂ, ਪੂਰੇ ਪੰਜਾਬ ਭਰ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾਣਗੇ। ਇਸ ਦੇ ਲਈ ਅਕਾਲੀ ਦਲ ਨੇ ਰੂਪਰੇਖਾ ਤਿਆਰ ਕਰ ਲਈ ਹੈ। ਨਵੇਂ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਅਕਾਲੀ ਦਲ ਨੇ ਕਮਰ ਕੱਸ ਲਈ ਹੈ। ਅਕਾਲੀ ਦਲ ਨੇ ਪੰਜਾਬ ਭਰ ਦੇ ਵਿੱਚ ਆਪਣੇ ਪ੍ਰੋਗਰਾਮ ਐਲਾਨ ਦਿੱਤੇ ਨੇ। 25 ਤਰੀਕ ਨੂੰ ਪੰਜਾਬ ਦੇ ਵਿੱਚ 3 ਘੰਟਿਆਂ ਦੇ ਲਈ ਚੱਕਾ ਜਾਮ ਕੀਤਾ ਜਾਵੇਗਾ। 26 ਤੋਂ ਸੁਖਬੀਰ ਬਾਦਲ 4 ਦਿਨ ਦਾ ਪੰਜਾਬ ਦਾ ਦੌਰਾ ਕਰਨਗੇ। 1 ਤਰੀਕ ਨੂੰ ਮੋਹਾਲੀ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਰਾਜਪਾਲ ਨੂੰ ਵੀ ਮੰਗ ਪੱਤਰ ਸੌਂਪਿਆ ਜਾਵੇਗਾ। ਤਾਂ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਮੈਗਾ ਪਲਾਨ ਤਿਆਰ ਕਰ ਲਿਆ ਗਿਆ ਹੈ। ਇੱਕ ਪਾਸੇ ਅਕਾਲੀ ਦਲ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਆਰਡੀਨੈਂਸਾਂ ਦੇ ਵਿਰੋਧ ਵਿੱਚ ਹੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦਿੱਤਾ ਹੈ। ਇਹ ਕੁਰਬਾਨੀ ਕਿਸਾਨਾਂ ਦੇ ਲਈ ਦਿੱਤੀ ਗਈ ਹੈ ਤਾਂ ਦੂਜੇ ਪਾਸੇ ਹੁਣ ਮੈਗਾ ਪਲਾਨ ਤਿਆਰ ਕਰ ਲਿਆ ਗਿਆ ਹੈ। ਇੱਕ ਪਾਸੇ ਕਾਂਗਰਸ ਪ੍ਰਦਰਸ਼ਨ ਕਰ ਰਹੀ ਹੈ, ਦੂਜੇ ਪਾਸੇ ਅਕਾਲੀ ਦਲ ਨੇ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਉਹਨਾਂ ਦੀ ਰਣਨੀਤੀ ਰਹੇਗੀ ਉਸ ਨੂੰ ਉਲੀਕ ਦਿੱਤਾ ਹੈ। ਪੰਜਾਬ ਭਰ ਦੇ ਵਿੱਚ ਅਕਾਲੀ ਦਲ ਨੇ ਪ੍ਰੋਗਰਾਮ ਐਲਾਨ ਦਿੱਤੇ ਨੇ। 25 ਤਰੀਕ ਨੂੰ ਪੰਜਾਬ ਦੇ ਵਿੱਚ ਅਕਾਲੀ ਦਲ 3 ਘੰਟਿਆਂ ਦੇ ਲਈ ਚੱਕਾ ਜਾਮ ਕਰੇਗਾ। ਉਸ ਤੋਂ ਬਾਅਦ 26 ਤਰੀਕ ਤੋਂ ਸੁਖਬੀਰ ਬਾਦਲ 4 ਦਿਨ ਦੇ ਲਈ ਪੰਜਾਬ ਦਾ ਦੌਰਾ ਕਰਨਗੇ। 1 ਤਰੀਕ ਨੂੰ ਮੋਹਾਲੀ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ ਰਾਜਪਾਲ ਨੂੰ ਵੀ ਮੰਗ ਪੱਤਰ ਸੌਂਪਿਆ ਜਾਵੇਗਾ ਇਹਨਾਂ ਖੇਤੀ ਆਰਡੀਨੈਂਸਾਂ ਦੇ ਖਿਲਾਫ। ਤਾਂ ਅਕਾਲੀ ਦਲ ਇਹਨਾਂ ਖੇਤੀ ਆਰਡੀਨੈਂਸਾਂ ਨੂੰ ਕਾਲਾ ਕਾਨੂੰਨ ਕਰਾਰ ਦੇ ਰਿਹਾ ਹੈ। ਹਾਲਾਂਕਿ ਪਹਿਲਾਂ ਬੇਸ਼ੱਕ ਅਕਾਲੀ ਦਲ ਦੇ ਵੱਲੋਂ ਵੀ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹ ਆਰਡੀਨੈਂਸ ਕਿਸਾਨਾਂ ਦੇ ਹੱਕ ਦੇ ਵਿੱਚ ਨੇ। ਇੱਕ ਚਿੱਠੀ ਬਕਾਇਦਾ ਦਿਖਾਈ ਗਈ ਜਿਸ ਵਿੱਚ ਕਿਹਾ ਗਿਆ ਸੀ ਕਿ ਐਮਐਸਪੀ ਖਤਮ ਨਹੀਂ ਹੋਵੇਗੀ, ਪਰ ਹੁਣ ਖੁਦ ਅਕਾਲੀ ਦਲ ਇਸ ਖੇਤੀ ਆਰਡੀਨੈਂਸ ਦੇ ਖਿਲਾਫ ਸੜਕਾਂ ਤੇ ਉਤਰਨ ਜਾ ਰਿਹਾ ਹੈ। ਸਾਰੇ ਪੰਜਾਬ ਦੇ ਵਿੱਚ 3 ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਸਤੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਚੱਕਾ ਜਾਮ ਜਿਹੜਾ ਉਹ ਕੀਤਾ ਜਾਏ। ਹਰ ਹਲਕੇ ਦੇ ਵਿੱਚ ਸਾਡੇ ਸੀਨੀਅਰ ਆਗੂ, ਸਾਡੇ ਵਰਕਰ, ਕਿਸਾਨ ਵੀਰ, ਖੇਤ ਮਜ਼ਦੂਰ ਤੇ ਬਾਕੀ ਸਾਰੇ ਸਹਿਯੋਗੀ 3 ਘੰਟੇ ਸ਼ਾਂਤਮਈ ਤਰੀਕੇ ਦੇ ਨਾਲ ਚੱਕਾ ਜਾਮ ਜਿਹੜਾ ਉਹ ਕਰਨਗੇ। ਉਸ ਤੋਂ ਬਾਅਦ 26 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ 4 ਦਿਨ ਲਗਾਤਾਰ ਪ੍ਰਧਾਨ ਸਾਹਿਬ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦਾ ਟੂਰ ਕਰਕੇ ਮਾਸ ਕੰਟੈਕਟ ਪ੍ਰੋਗਰਾਮ ਲਾਂਚ ਕਰਨਗੇ। ਇਹਨਾਂ ਖੇਤੀ ਕਾਨੂੰਨਾਂ ਦਾ ਜੋ ਕਿਸਾਨੀ ਨੂੰ ਨੁਕਸਾਨ ਹੋ ਰਿਹਾ ਉਹਦੇ ਬਾਰੇ ਵਰਕਰ ਨੂੰ ਜਾਣੂ ਕਰਾਉਣਗੇ ਔਰ ਫਿਰ 1 ਤਰੀਕ ਨੂੰ ਇੱਕ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਸਾਰੇ ਪੰਜਾਬ ਚੋਂ 3 ਤਖਤਾਂ ਤੋਂ ਅਰਦਾਸ ਕਰਕੇ ਸਾਰੇ ਸਾਡੇ ਆਗੂ, ਵਰਕਰ, ਕਿਸਾਨ ਵੀਰ, ਖੇਤ ਮਜ਼ਦੂਰ ਤੇ ਸਾਥੀ 1 ਤਰੀਕ ਨੂੰ ਚੱਲਣਗੇ ਔਰ ਮੋਹਾਲੀ ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਪਹੁੰਚਣਗੇ, ਜਿੱਥੋਂ ਫਿਰ ਗਵਰਨਰ ਸਾਹਿਬ ਨੂੰ ਮਿਲ ਕੇ ਰਾਸ਼ਟਰਪਤੀ ਦੇ ਨਾਂ ਦੇ ਉੱਤੇ ਇੱਕ ਮੈਮੋਰੈਂਡਮ ਦਿੱਤਾ ਜਾਏਗਾ ਜਿਹਦੇ ਵਿੱਚ ਇਹਨਾਂ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਵਾਸਤੇ ਜਿਹੜੀ ਆ ਉਹ ਅਪੀਲ ਕੀਤੀ ਜਾਏ। ਸ਼੍ਰੋਮਣੀ ਅਕਾਲੀ ਦਲ 25 ਤਰੀਕ ਦੇ ਪੰਜਾਬ ਬੰਦ ਦੇ ਵਿੱਚ ਆਪਣੇ ਸਮੂਹ ਵਰਕਰਾਂ ਨੂੰ ਪੂਰਜ਼ੋਰ ਬੰਦ ਵਿੱਚ ਸ਼ਾਮਲ ਹੋ ਕੇ ਬੰਦ ਨੂੰ ਸਫਲ ਕਰਾਉਣ ਦੀ ਅਪੀਲ ਕਰਦਾ ਔਰ ਇਹ ਜਮਹੂਰੀ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ ਪੰਜਾਬੀਆਂ ਦੀ ਇੱਕ ਆਵਾਜ਼ ਦਾ ਪ੍ਰਗਟਾਵਾ ਜਿਹੜਾ ਹੈ 25 ਤਰੀਕ ਦਾ ਪੰਜਾਬ ਬੰਦ ਜਿਹੜਾ ਹੈ ਉਹ ਕਰੇਗਾ। ਤਾਂ ਜਿਨ੍ਹਾਂ ਖੇਤੀ ਆਰਡੀਨੈਂਸਾਂ ਨੂੰ ਕਿਸੇ ਵੇਲੇ ਅਕਾਲੀ ਦਲ ਕਿਸਾਨ ਹਿਤੈਸ਼ੀ ਦੱਸਦਾ ਸੀ, ਅੱਜ ਉਹਨਾਂ ਦੇ ਖਿਲਾਫ ਹੀ ਸੜਕਾਂ ਤੇ ਉਤਰਨ ਦੀ ਤਿਆਰੀ ਅਕਾਲੀ ਦਲ ਨੇ ਕਰ ਲਈ ਹੈ। ਸਿੱਧਾ ਰੁਖ ਕਰਦੇ ਹਾਂ, ਨਪਿੰਦਰ ਬਰਾੜ ਮੇਰੇ ਸਹਿਯੋਗੀ ਜੁੜੇ ਹੋਏ ਨੇ। ਤਾਂ ਨਪਿੰਦਰ, ਕਦੇ ਚਿੱਠੀ ਦਿਖਾ ਕੇ ਕਿਸਾਨਾਂ ਨੂੰ ਭਰੋਸਾ ਦਿਵਾ ਰਿਹਾ ਸੀ ਅਕਾਲੀ ਦਲ ਕਿ ਇਹ ਜਿਹੜੇ ਆਰਡੀਨੈਂਸ ਨੇ ਉਹਨਾਂ ਦੇ ਹੱਕ ਦੇ ਨੇ, ਪਰ ਹੁਣ ਉਹਨਾਂ ਆਰਡੀਨੈਂਸਾਂ ਦੇ ਖਿਲਾਫ ਪੂਰੇ ਪੰਜਾਬ ਦੇ ਵਿੱਚ ਚੱਕਾ ਜਾਮ ਕਰਨ ਦੀ ਗੱਲ ਅਕਾਲੀ ਦਲ ਕਹਿ ਰਿਹਾ ਹੈ। ਕੀ ਕੁਝ ਜਾਣਕਾਰੀ? देखो अमृत चिट्ठियां दिखाना या फिर जो पहला ऑर्डीनेंस के हक के अकाली दल उतरिया वो चीज़ा हुण बड़ियां पुरानियां हो गई क्योंकि अकाली दल ने स्पष्ट तौर पर कह दिता कि जिहड़ी उन्होंने पहला शायद किसानों के नाल जिन्नियां चीज़ां उन्होंने दिखाई गई सी उस मुताबिक चल रही सी। अकाली दल का दावा है कि जिवें ही उन्होंने पता लग्या कि किसान लगातार विरोध कर रहे हैं। हालांकि सुखबीर सिंह बादल पहले कहते सी कि असीं पूरा ऑर्डीनेंस ने वो पढ़े ने सारे बिलों के बारे उन्होंने पूरी जानकारी है, पर बाद जिस तरह पार्लीमेंट के उन्होंने जाके जानकारी दी तो स्पष्ट तौर पर उन्होंने ये मन्निया कि सानू ना तो किसी ने पूछा ना किसी ने दस्सिया। अजे हालातों के अकाली दल नूं कुर्सी भी छड्डनी पई है केंद्र की। देखो जो कुर्सी तक छड्डनी पै जाए तो पंजाब के किसान जिहड़े उन्हां दा मुख काडर ने, जिहड़े उन्हां दा मुख वोटर है
ਤਾਂ ਉਸ ਨੂੰ ਉਹ ਇਦਾਂ ਨਹੀਂ ਛੱਡ ਸਕਦੇ, ਕਿਉਂਕਿ ਪੰਜਾਬ ਦਾ ਮਤਲਬ ਹੈ ਕਿਸਾਨੀ, ਤਾਂ ਕਿਸਾਨੀ ਨੂੰ ਛੱਡ ਕੇ ਅਕਾਲੀ ਦਲ ਜਾਂ ਕੋਈ ਵੀ ਪਾਰਟੀ ਸਿਆਸਤ ਨਹੀਂ ਕਰ ਸਕਦੀ। ਤਾਂ ਅਜਿਹੇ ਹਾਲਾਤਾਂ ਦੇ ਵਿੱਚ ਹੁਣ ਸਿੱਧੇ ਤੌਰ ਤੇ ਜਦੋਂ ਕੇਂਦਰ ਦੀ ਕੁਰਸੀ ਤੱਕ ਛੱਡ ਦਿੱਤੀ, ਆਪਦੇ ਭਾਈਵਾਲਾਂ ਦੇ ਖਿਲਾਫ ਮੋਰਚਾ ਤੱਕ ਖੋਲ੍ਹ ਦਿੱਤਾ, ਤਾਂ ਹੁਣ ਇਹ ਜਿਹੜਾ ਸੰਘਰਸ਼ ਹੈ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਵੇਂ ਹਾਲੇ ਪਹਿਲਾਂ ਹੀ ਕਿਸਾਨ ਜਿਹੜੇ ਸੜਕਾਂ ਤੇ ਨੇ, ਬਾਕੀ ਸਾਰੀਆਂ ਪਾਰਟੀਆਂ ਸੜਕਾਂ ਤੇ ਉਤਰਨ ਦੀ ਗੱਲ ਕਰਦੀਆਂ ਨੇ, ਤਾਂ ਅਕਾਲੀ ਦਲ ਹੁਣ ਲਗਾਤਾਰ ਪਹਿਲਾਂ ਦਿੱਲੀ ਦੇ ਵਿੱਚ ਪ੍ਰਦਰਸ਼ਨ ਜਿਹੜਾ ਹੈਗਾ ਚੱਲਦਾ ਰਿਹਾ, ਦਿੱਲੀ ਦੇ ਵਿੱਚ ਸਰਕਾਰ ਰਾਸ਼ਟਰਪਤੀ ਤੱਕ ਜਿਹੜੀ ਹੈਗੀ ਪਹੁੰਚ ਕੀਤੀ ਗਈ, ਪਰ ਹੁਣ ਪੰਜਾਬ ਦੀਆਂ ਸੜਕਾਂ ਤੇ ਜਿਹੜਾ ਹੈਗਾ ਉਤਰਨ ਦੀ ਤਿਆਰੀ ਦੇ ਵਿੱਚ ਅਕਾਲੀ ਦਲ। ਔਰ ਪੰਜਾਬ ਦੇ ਗਵਰਨਰ ਨੂੰ ਮੈਮੋਰੈਂਡਮ ਦੇ ਕੇ, ਜਿਸ ਤਰ੍ਹਾਂ ਹਾਲਾਂਕਿ ਪਹਿਲਾਂ ਖੁਦ ਰਾਸ਼ਟਰਪਤੀ ਨੂੰ ਮਿਲ ਕੇ ਆਏ ਨੇ, ਪਰ ਪੰਜਾਬ ਦੇ ਗਵਰਨਰ ਦੇ ਰਾਹੀਂ ਵੀ ਜਿਹੜਾ ਹੈਗਾ ਕੇਂਦਰ ਨੂੰ ਜਿਹੜਾ ਹੈਗਾ ਮੈਮੋਰੈਂਡਮ ਭੇਜਿਆ ਜਾਏਗਾ, ਤਾਂ ਕਿ ਵੱਧ ਤੋਂ ਵੱਧ ਦਬਾਅ ਬਣਾਇਆ ਜਾ ਸਕੇ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੜਕਾਂ ਤੇ ਆਉਣ ਦੀ ਜਿਹੜੀ ਹੈਗੀ ਅਪੀਲ ਵੀ ਕਰ ਦਿੱਤੀ ਗਈ ਹੈ। ਦੇਖੋ, ਸੜਕਾਂ ਜਾਮ ਕਰਨ ਦੀ ਗੱਲ ਹੋ ਰਹੀ ਹੈ, ਔਰ ਮੋਹਾਲੀ ਦੇ ਵਿੱਚ ਇੱਕ ਵੱਡਾ ਇਕੱਠ ਕਰਨ ਦੀ ਗੱਲ ਹੋ ਰਹੀ ਹੈ, ਕਿਸਾਨਾਂ ਦਾ ਇਕੱਠ ਕਰਨ ਦੀ ਗੱਲ ਹੋ ਰਹੀ ਹੈ। ਤਾਂ ਜ਼ਾਹਰ ਤੌਰ ਤੇ ਇੱਕ ਸੰਕੇਤ ਮਿਲ ਰਿਹਾ, ਜਿਸ ਤਰ੍ਹਾਂ ਕਾਂਗਰਸ ਦੇ ਜਿਹੜੇ ਲੀਡਰ ਨੇ ਉਹ ਵੀ ਸਾਫ਼ ਕਰ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਉਹ ਸਾਫ਼ ਕਰ ਰਹੇ ਨੇ, ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ, ਨੁਮਾਇੰਦੇ ਨੇ, ਨੇਤਾ ਵਿਰੋਧੀ ਧਿਰ ਨੇ, ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਚਾਹੇ ਕੁਝ ਵੀ ਹੋ ਜਾਏ, ਪੰਜਾਬ ਦੇ ਵਿੱਚ ਇਹ ਕਾਲਾ ਕਾਨੂੰਨ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ, ਕਿਉਂਕਿ ਕਿਸਾਨ ਇਸ ਨੂੰ ਮੰਨਣ ਦੇ ਲਈ ਤਿਆਰ ਨਹੀਂ ਹੈ। ਕਿਉਂਕਿ ਕਿਸਾਨ ਮੰਨ ਕੇ ਜਾਏਗਾ ਵੀ ਕਿੱਥੇ? ਕਿਸਾਨ ਅਗਰ ਮੰਨੇਗਾ ਤਾਂ ਮਰੇਗਾ। ਕਿਸਾਨ ਦੇ ਹਾਲਾਤ ਜਿਹੜੇ ਨੇ ਉਸ ਸਥਿਤੀ ਦੇ ਵਿੱਚ ਨੇ, ਤਾਂ ਕਿਸਾਨਾਂ ਦੀ ਹਾਲਤ ਹੈ ਜਿਹੜੀ ਪਰ ਨਵਿੰਦਰ ਇੱਕ ਹੋਰ ਸਵਾਲ ਜਿਹੜਾ ਵੱਡਾ ਖੜਾ ਹੋ ਜਾਂਦਾ ਹੈ ਕਿ ਕੁਝ ਖੋਣਾ ਪੈਂਦਾ ਹੈ। ਬੇਸ਼ੱਕ ਕਿਸਾਨਾਂ ਦੀ ਹਮਾਇਤ ਹਾਸਲ ਕਰਨ ਦੇ ਲਈ ਅਕਾਲੀ ਦਲ ਇਹ ਸਭ ਕੁਝ ਕਰ ਰਿਹਾ ਹੈ, ਪਰ ਵੱਡਾ ਸਵਾਲ ਦੂਜੇ ਪਾਸੇ ਹੈ ਕਿ ਭਾਈਵਾਲ ਹੈ ਅਕਾਲੀ ਬੀਜੇਪੀ ਦੇ ਰਿਸ਼ਤੇ ਦਾ ਕੀ ਬਣੇਗਾ, ਇਹ ਵੀ ਵੱਡਾ ਸਵਾਲ ਹੈ। ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਦਿਨੋਂ ਦਿਨ ਬਿਆਨਬਾਜ਼ੀਆਂ ਦੋਵਾਂ ਪਾਸਿਆਂ ਤੋਂ ਕੀਤੀਆਂ ਜਾ ਰਹੀਆਂ ਨੇ, ਉਸ ਦੇ ਨਾਲ 9 ਮਾਸ ਦੇ ਰਿਸ਼ਤੇ ਵਿੱਚ ਦਰਾਰ ਤਾਂ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ। ਦੇਖੋ, 9 ਮਾਸ ਦੇ ਰਿਸ਼ਤੇ ਵਿੱਚ ਦਰਾਰ ਆਉਣੀ ਲਾਜ਼ਮੀ ਸੀ, ਕਿਉਂਕਿ ਬੀਜੇਪੀ ਜਿਹੜੀ ਹੈ ਸਪਸ਼ਟ ਤੌਰ ਤੇ ਕਹਿ ਰਹੀ ਹੈ ਕਿ ਜਿਹੜੇ ਇਹ ਬਿੱਲ ਨੇ ਇਹ ਬੜੇ ਬਿਹਤਰ ਬਿੱਲ ਨੇ, ਬੜੇ ਵਧੀਆ ਸ਼ਾਨਦਾਰ ਬਿੱਲ ਨੇ। ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਬੀਜੇਪੀ ਦੂਜੇ ਪਾਸੇ ਖੜੀ ਹੈ ਔਰ ਪੰਜਾਬ ਦੇ ਵਿੱਚ ਕਿਸਾਨ ਕਿਸੇ ਵੀ ਹਾਲਤ ਦੇ ਵਿੱਚ ਇਹ ਜਿਹੜੇ ਬਿੱਲ ਨਹੀਂ ਕਿਹਾ ਜਾ ਸਕਦਾ ਕਿ ਇਹ ਕਿਸਾਨ ਹਿਤੈਸ਼ੀ ਨੇ, ਕਾਰਨ ਕਿਉਂਕਿ ਪੂਰਾ ਦੇਸ਼ ਇੱਕ ਪਾਸੇ ਦੇਖਿਆ ਜਾ ਸਕਦਾ। ਪਰ ਜੀ ਤਾਂ ਫਿਲਹਾਲ ਸੁਨੀਲ ਜਾਖੜ ਮੌਜੂਦ ਨੇ ਸਾਡੇ ਸਹਿਯੋਗੀ ਪੰਕਜ ਕਪਾਹੀ ਦੇ ਨਾਲ। ਤਾਂ ਪੰਕਜ ਕਪਾਹੀ ਦਾ ਰੁਖ ਕਰਦੇ ਆ। ਪੰਕਜ, ਜਾਖੜ ਸਾਹਿਬ ਦਾ ਇਸ ਵੇਲੇ ਕੀ ਬਿਆਨ ਹੈ? ਜਰਾ ਦੇਖੋ ਕਿ ਕਾਂਗਰਸ ਆਉਣ ਵਾਲੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਦੀ ਰਣਨੀਤੀ ਬਣਾਉਣ ਜਾ ਰਹੀ ਹੈ। ਓਵਰ ਟੂ ਪੰਕਜ। ਬਿਲਕੁਲ ਨਵਿੰਦਰ, ਇਸ ਵੇਲੇ ਸੁਨੀਲ ਜਾਖੜ ਵੱਲੋਂ ਇੱਕ ਚਿੱਠੀ ਜਿਹੜੀ ਹੈ ਉਹ ਹਰਿਆਣਾ ਦੇ ਮੁੱਖ ਮੰਤਰੀ ਨੂੰ ਲਿਖੀ ਗਈ ਹੈ। ਯੂਥ ਕਾਂਗਰਸ ਵੱਲੋਂ ਜਿਸ ਤਰੀਕੇ ਦੇ ਨਾਲ ਰੋਕਿਆ ਗਿਆ, ਹਰਿਆਣਾ ਵੜਨ ਦੇ ਵਿੱਚ ਰੋਕਿਆ ਗਿਆ ਔਰ ਦਿੱਲੀ ਜਾਣਾ ਸੀਗਾ ਹਰਿਆਣਾ ਤੋਂ ਲੰਘ ਕੇ, ਤਾਂ ਹਰਿਆਣਾ ਸਰਕਾਰ ਨੂੰ, ਹਰਿਆਣਾ ਦੇ ਮੁੱਖ ਮੰਤਰੀ ਨੂੰ ਚਿੱਠੀ ਜਿਹੜੀ ਹੈ ਉਹ ਲਿਖੀ ਗਈ ਹੈ ਸੁਨੀਲ ਜਾਖੜ ਹੋਰਾਂ ਦੇ ਵੱਲੋਂ, ਔਰ ਨਾਰਾਜ਼ਗੀ ਵਿਅਕਤ ਕੀਤੀ ਗਈ ਔਰ ਇਹ ਕਿਹਾ ਗਿਆ ਹੈ ਕਿ ਸੰਵਿਧਾਨ ਦੀ ਉਲੰਘਣਾ ਜਿਹੜੀ ਹੈ ਉਹ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਹੈ। ਹਰਿਆਣਾ ਸਰਕਾਰ ਨੂੰ ਕਿਸਾਨਾਂ ਦਾ ਦਰਦ ਸਮਝਣਾ ਚਾਹੀਦਾ ਸੀਗਾ, ਕਿਸਾਨਾਂ ਦੇ ਦਰਦ ਨੂੰ ਦੇਖਦੇ ਹੋਏ ਇਹ ਸ਼ਰਮਨਾਕ ਹੈ, ਇਸ ਤਰੀਕੇ ਦੇ ਨਾਲ ਨਹੀਂ ਰੋਕਣਾ ਚਾਹੀਦਾ ਸੀਗਾ। ਔਰ ਅਗਲੇ 1 ਜਾਂ 2 ਮਿੰਟ 'ਚ ਸੁਨੀਲ ਜਾਖੜ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜੋ 25 ਸਤੰਬਰ ਨੂੰ ਜੋ ਅਕਾਲੀ ਦਲ ਵੱਲੋਂ ਐਲਾਨ ਕੀਤਾ ਗਿਆ ਕਿ ਚੱਕਾ ਜਾਮ ਪੰਜਾਬ ਦੇ ਵਿੱਚ ਕੀਤਾ ਜਾਏਗਾ, ਔਰ ਦੂਜੇ ਪਾਸੇ ਆਰ ਪਾਰ ਦੀ ਲੜਾਈ ਹੁਣ ਅਕਾਲੀ ਦਲ ਕੇਂਦਰ ਸਰਕਾਰ ਦੇ ਨਾਲ ਕਰਦਾ ਹੋਇਆ ਨਜ਼ਰ ਆ ਰਿਹਾ। ਤਾਂ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਸੈਸ਼ਨ ਬੁਲਾਉਣ ਦੀ ਮੰਗ ਜਿਹੜੀ ਹੈ ਉਹ ਕੀਤੀ ਗਈ ਹੈ। ਕੱਲ ਰਾਜਕੁਮਾਰ ਵੇਰਕਾ ਹੋਰਾਂ ਦੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਸੀ ਔਰ ਇਹ ਮੰਗ ਕੀਤੀ ਸੀ ਕਿ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ ਔਰ ਜਿਹੜੇ ਐਕਟ ਆਏ ਨੇ ਉਸ ਨੂੰ ਰੱਦ ਕੀਤਾ ਜਾਵੇ। ਔਰ ਅਜਿਹੇ 'ਚ ਕੱਲ ਅਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਪਾਰਲੀਮੈਂਟ ਦੇ ਵਿੱਚ, ਪਾਰਲੀਮੈਂਟ ਤੋਂ ਬਾਹਰ ਕੈਂਡਲ ਮਾਰਚ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਵੱਲੋਂ ਕੀਤਾ ਜਾ ਰਿਹਾ ਸੀਗਾ ਔਰ ਉੱਥੇ ਧੱਕਾ ਮੁੱਕੀ ਵੀ ਦਿੱਲੀ ਪੁਲਿਸ ਦੇ ਨਾਲ ਹੋਈ, ਉਸ ਨੂੰ ਲੈ ਕੇ ਵੀ ਨਾਰਾਜ਼ਗੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ। ਔਰ ਦੂਜੇ ਪਾਸੇ ਥੋੜੀ ਦੇਰ ਦੇ ਵਿੱਚ ਸੁਨੀਲ ਜਾਖੜ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ, ਉਹ ਖੁੱਲ੍ਹ ਕੇ ਇਸ ਮੁਤਲਕ ਜਿਹੜੀ ਹੈ ਗੱਲਬਾਤ ਕੀਤੀ ਜਾਏਗੀ ਕਿ ਕਿਸ ਤਰੀਕੇ ਦੇ ਨਾਲ ਅਗਲਾ ਰੁਖ ਕੀ ਰਹੇਗਾ, ਕਿਉਂਕਿ ਪਾਰਲੀਮੈਂਟ ਦੇ ਅੰਦਰ ਇਸ ਵੇਲੇ ਕੱਲ ਤੋਂ ਧਰਨੇ ਤੇ ਕੁਝ ਜਿਹੜੇ ਨੇ ਮੈਂਬਰ ਪਾਰਲੀਮੈਂਟ ਬੈਠੇ ਹੋਏ ਨੇ, ਉਹਨਾਂ ਦੀ ਨਾਰਾਜ਼ਗੀ ਜਿਹੜੀ ਆ ਉਹ ਲਗਾਤਾਰ ਨਜ਼ਰ ਆ ਰਹੀ ਹੈ। ਉਹ ਇਹ ਕਹਿ ਰਹੇ ਨੇ ਕਿ ਜੋ ਰਾਜ ਸਭਾ 'ਚ ਬਿੱਲ ਹੋਇਆ ਵੋਟਿੰਗ ਹੋਣੀ ਚਾਹੀਦੀ ਸੀਗੀ, ਵੋਟਿੰਗ ਹੁੰਦੀ ਤਾਂ ਸਰਕਾਰ ਕੋਲ ਉਹ ਜਾਦੂਈ ਨੰਬਰ ਨਹੀਂ ਸੀਗਾ, ਲੇਕਿਨ ਦੂਜੇ ਪਾਸੇ ਸਰਕਾਰ ਦੀ ਇਹ ਦਲੀਲ ਹੈ ਕਿ ਜੋ ਜਾਦੂਈ ਆંકੜਾ ਬਹੁਮਤ ਦਾ ਚਾਹੀਦਾ ਵਾ ਉਹ ਸਰਕਾਰ ਕੋਲ ਸੀਗਾ, ਲੇਕਿਨ ਜਿਸ ਤਰੀਕੇ ਦੇ ਨਾਲ ਮਾਈਕ ਪੱਟਿਆ ਗਿਆ, ਜਿਸ ਤਰੀਕੇ ਦੇ ਨਾਲ ਖੇਤੀ ਆਰਡੀਨੈਂਸ ਦੀਆਂ ਕਾਪੀਆਂ ਫਾੜੀਆਂ ਗਈਆਂ, ਉਹ ਬੇहद ਗਲਤ ਸੀ, ਸ਼ਰਮਨਾਕ ਸੀ। ਔਰ ਅੱਜ ਇਹ ਦੇਖਣ 'ਚ ਆਇਆ ਕਿ ਜੋ ਉੱਥੇ ਡਿਪਟੀ ਸਪੀਕਰ ਨੇ ਉਹਨਾਂ ਵੱਲੋਂ ਵੀ ਅੱਜ ਜਿਹੜੇ ਉੱਥੇ ਧਰਨੇ ਦੇ ਰਹੇ ਸੀਗੇ ਮੈਂਬਰ ਪਾਰਲੀਮੈਂਟ, ਉਹਨਾਂ ਨੂੰ ਚਾਹ ਪਿਲਾਉਣ ਦੇ ਲਈ ਖੁਦ ਉੱਥੇ ਪਹੁੰਚੇ, ਤਾਂ ਉੱਥੇ ਜਦੋਂ ਪਹੁੰਚੇ ਤਾਂ ਚਾਹ ਲੈਣ ਤੋਂ ਵੀ ਮਨਾ ਕਰ ਦਿੱਤਾ। ਔਰ ਅੱਜ ਉਪ ਸਭਾਪਤੀ ਰਾਜਪਾਲ ਵੱਲੋਂ ਜੋ ਹੈ ਉਹ ਬਕਾਇਦਾ ਤੌਰ ਤੇ 1 ਦਿਨ ਦਾ ਉਪਵਾਸ ਰੱਖਿਆ ਗਿਆ, ਫਾਸਟ ਰੱਖਿਆ ਗਿਆ ਵਾ ਔਰ ਇਹ ਕਿਹਾ ਜਾ ਰਿਹਾ ਕਿ ਇਹ ਸ਼ਰਮਨਾਕ ਹੈ।
ਦੂਜੇ ਪਾਸੇ ਅਗਰ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਦੇ ਲਈ, ਕਿਸਾਨਾਂ ਦੇ ਰੋਸ ਨੂੰ ਦੂਰ ਕਰਨ ਦੇ ਲਈ ਬਕਾਇਦਾ ਤੌਰ ਤੇ MSP ਦੇ ਕੁਝ ਰੇਟ ਵਧਾਏ ਨੇ। ਜਿਹੜੀਆਂ ਰੱਬੀ ਦੀਆਂ ਫਸਲਾਂ ਨੇ, ਚਾਹੇ ਕਣਕ ਹੋਵੇ ਚਾਹੇ ਦੂਜੀਆਂ ਹੋਣ, 50 ਰੁਪਏ ਤੋਂ ਲੈ ਕੇ 300 ਰੁਪਏ ਤੱਕ ਵਧਾਏ ਨੇ, ਲੇਕਿਨ ਕਾਂਗਰਸ ਨੂੰ ਉਹ ਮਨਜ਼ੂਰ ਨਹੀਂ ਹੈ। ਕਾਂਗਰਸ ਵੱਲੋਂ ਬਿਲਕੁਲ ਪੰਕਜ, ਤਾਂ ਫਿਲਹਾਲ ਕੀ ਕਾਂਗਰਸ ਦਾ ਰੁਖ ਰਹਿਣ ਵਾਲਾ ਹੈ, ਅੱਗੇ ਕਾਂਗਰਸ ਦੀ ਕੀ ਰਣਨੀਤੀ ਰਹਿਣ ਵਾਲੀ ਹੈ, ਇਹ ਫਿਲਹਾਲ ਦੇਖਣਾ ਹੋਵੇਗਾ। ਤਾਂ ਕੀ ਸੁਨੀਲ ਜਾਖੜ ਕਹਿੰਦੇ ਨੇ, ਕਿਉਂਕਿ ਖੁਦ ਕੱਲ ਬੱਸੀ ਪਠਾਣਾ ਦੇ ਵਿੱਚ ਵੀ ਜਾਖੜ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਉਸ ਤੋਂ ਪਹਿਲਾਂ ਅੰਬਾਲਾ ਤੋਂ ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਵੀ ਸਭ ਨੇ ਦੇਖੀਆਂ ਨੇ। ਤਾਂ ਕੀ ਕਹਿੰਦੇ ਨੇ ਜਾਖੜ, ਦੇਖਣਾ ਕਾਫੀ ਅਹਿਮ ਹੋਵੇਗਾ ਪੰਕਜ। ਤਾਂ ਨਪਿੰਦਰ ਵੀ ਮੇਰੇ ਸਹਿਯੋਗੀ ਜੁੜੇ ਹੋਏ ਨੇ। ਤਾਂ ਨਪਿੰਦਰ, ਬੇਸ਼ੱਕ ਸੁਨੀਲ ਜਾਖੜ ਕਹਿ ਰਹੇ ਨੇ ਕਿ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਇਸ ਤੋਂ ਪਹਿਲਾਂ ਤ੍ਰਿਪਤ ਰਜਿੰਦਰ ਬਾਜਵਾ ਦੇ ਨਾਲ ਹਾਲ ਹੀ ਦੇ ਵਿੱਚ ਅਸੀਂ ਗੱਲ ਕੀਤੀ ਹੈ, ਤਾਂ ਉਹ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਮੰਨਦੇ ਨਜ਼ਰ ਆ ਰਹੇ ਨੇ ਕਿ ਹੁਣ ਕੁਝ ਨਹੀਂ ਹੋ ਸਕਦਾ। ਪੰਜਾਬ ਹਰਿਆਣਾ ਦੇ ਕਿਸਾਨਾਂ ਦੀ ਗਿਣਤੀ ਦੇਸ਼ ਦੇ ਕਿਸਾਨਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਨਹੀਂ ਹੈ। ਬੀਜੇਪੀ ਦੇ ਕੋਲ ਬਹੁਮਤ ਹੈ, ਤਾਂ ਪਾਵਰ ਦੇ ਵਿੱਚ ਹੈ ਬੀਜੇਪੀ, ਤੇ ਜੋ ਪਾਵਰ ਫੈਸਲਾ ਕਰ ਲੈਂਦੀ ਹੈ ਉਹਦੇ ਸਾਹਮਣੇ ਕਿਸਾਨ ਨਹੀਂ ਲੜ ਸਕਦੇ। ਦੇਖੋ, ਜ਼ਾਹਰ ਤੌਰ ਤੇ ਅਮਰਤ, ਕੁਰਸੀਆਂ ਤੇ ਬੈਠੇ ਕੁਝ ਲੋਕ, ਸਿਆਸਤ ਦੇ ਵਿੱਚ ਬੈਠੇ, ਸੱਤਾ ਦੇ ਵਿੱਚ ਬੈਠੇ ਕੁਝ ਲੋਕ ਜਿਹੜੇ ਨੇ, ਇਹ ਉਹਨਾਂ ਦੀ ਕਿਸਮਤ ਦਾ ਫੈਸਲਾ ਕਰਦੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਚੁਣ ਕੇ ਭੇਜਿਆ। ਕਰੋੜਾਂ ਲੋਕਾਂ ਦੀ ਕਿਸਮਤ ਦਾ ਫੈਸਲਾ ਇਹਨਾਂ ਲੋਕਾਂ ਦੇ ਹੱਥ ਦੇ ਵਿੱਚ ਆ ਜ਼ਾਹਰ ਤੌਰ ਤੇ, ਕਿਉਂਕਿ ਪੰਜਾਬ ਔਰ ਹਰਿਆਣਾ ਦੀ ਅਗਰ ਗੱਲ ਕਰੀਏ ਤਾਂ ਪੂਰੇ ਦੇਸ਼ ਦੇ ਕਿਸਾਨ ਨੂੰ ਅਲੱਗ ਤੌਰ ਤੇ ਦੇਖਿਆ ਜਾ ਰਿਹਾ, ਪਰ ਪੰਜਾਬ ਤੇ ਹਰਿਆਣਾ ਦੇ ਕਿਸਾਨ ਨੂੰ ਅਲੱਗ ਦੇਖਿਆ ਜਾ ਰਿਹਾ। ਜਿਹੜਾ ਮੰਡੀਕਰਨ ਸਿਸਟਮ ਹੈ, ਦੇਖੋ ਪੰਜਾਬ ਔਰ ਹਰਿਆਣਾ ਦੇ ਵਿੱਚ ਸਭ ਤੋਂ ਮਜ਼ਬੂਤ ਮੰਡੀਕਰਨ ਸਿਸਟਮ ਹੈ। ਬਾਕੀ ਸਟੇਟਾਂ ਐਸੀਆਂ ਨੇ ਜਿੱਥੇ ਮੰਡੀਕਰਨ ਜਿਹੜਾ ਸਿਸਟਮ ਨਹੀਂ ਹੈ, ਔਰ ਪੰਜਾਬ ਦਾ ਮੰਡੀਕਰਨ ਇਸ ਕਦਰ ਮਜ਼ਬੂਤ ਹੈ। एग्रीकल्चर बिल पर छिड़ा है घमासान। लाइव जवाब देंगे हरियाणा बीजेपी के प्रधान। यहां मिलेगा हर सवाल का समाधान। तो आप क्यों हो रहे हैं परेशान? उठाइए फोन, पूछिए अपने सवाल हरियाणा के पूर्व कृषि मंत्री OP धनखड़ से। आज दोपहर 2 बजे से 3 बजे तक लगातार। ਤੇ ਸਿੱਧਾ ਰੁਖ ਕਰਦੇ ਹਾਂ, ਪੰਕਜ ਕਪਾਹੀ ਮੇਰੇ ਸਹਿਯੋਗੀ ਜੁੜੇ ਹੋਏ ਨੇ ਨਾਲ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੀ ਕਹਿੰਦੇ ਨੇ ਖੇਤੀ ਆਰਡੀਨੈਂਸਾਂ ਨੂੰ ਲੈ ਕੇ, ਕੀ ਕੁਝ ਉਹਨਾਂ ਦੀ ਰਣਨੀਤੀ ਹੈ? ਪੰਕਜ, ਓਵਰ ਟੂ ਯੂ। ਇਸ ਵੇਲੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਮੇਰੇ ਨਾਲ ਨੇ। ਜਾਖੜ ਸਾਹਿਬ, ਅਕਾਲੀ ਦਲ ਨੇ ਐਲਾਨ ਕਰ ਦਿੱਤਾ ਹੈ ਕਿ 25 ਤਰੀਕ ਨੂੰ ਚੱਕਾ ਜਾਮ ਪੰਜਾਬ ਦੇ ਵਿੱਚ ਕੀਤਾ ਜਾਏਗਾ। 4 ਦਿਨ ਦਾ ਦੌਰਾ ਜੋ ਸੁਖਬੀਰ ਸਿੰਘ ਬਾਦਲ ਹੋਰੀ ਕਰਨਗੇ, ਔਰ ਹੁਣ ਆਪਣੇ ਭਾਈਵਾਲ ਦੇ ਖਿਲਾਫ ਹੀ ਮੋਰਚਾ ਜਿਹੜਾ ਵਾ ਅਕਾਲੀ ਦਲ ਵੱਲੋਂ ਖੋਲ ਦਿੱਤਾ ਗਿਆ। ਬੇਸ਼ਰਮੀ ਦੀ ਹੱਦ ਹੈ ਸਾਹਿਬ, ਕਿਉਂਕਿ ਆ ਜਿਹੜਾ ਕਿਸਾਨਾਂ ਨਾਲ ਕੋਝਾ ਮਜ਼ਾਕ ਨਹੀਂ, ਮੈਂ ਸਮਝਦਾ ਉਹਨਾਂ ਦੇ ਜ਼ਖਮਾਂ 'ਚ ਜਿਹੜਾ ਨੂਣ ਰਗੜਿਆ ਗਿਆ ਹੈ, ਇਹਦੇ ਵਿੱਚ ਬਰਾਬਰ ਦੇ ਭਾਗੀਵਾਲ ਹੈ। ਆ ਕੋਈ ਬੀਜੇਪੀ ਸਰਕਾਰ ਨਹੀਂ, ਆ ਅਕਾਲੀ ਬੀਜੇਪੀ ਸਰਕਾਰ ਹੈ। ਮੈਂ ਰਾਤ ਵੀ ਜਦੋਂ ਆ ਦੇਖਿਆ, ਉਦੋਂ ਵੀ ਮੈਂ ਲੋਕਾਂ ਨੂੰ ਆਹੀ ਗੱਲ ਕੀਤੀ ਵੀ ਆ ਅਕਾਲੀ ਬੀਜੇਪੀ ਸਰਕਾਰ ਨੇ ਆ ਜਿਹੜੇ ਹੈ ਕਿਸਾਨਾਂ ਨਾਲ ਮਜ਼ਾਕ ਕੀਤਾ ਹੈ। 50 ਰੁਪਏ ਵਧਾ ਕੇ ਪੰਕਜ ਜੀ 2.5% ਇਨਕਰੀਜ਼ ਹੈ, ਤੇ ਆਹ ਦੇਖ ਲਓ ਤੁਸੀਂ ਕਿਸਾਨ ਦਾ ਖਰਚਾ ਕਿੰਨਾ ਵੱਧ ਗਿਆ। 45 ਰੁਪਏ ਤਾਂ ਡੀਜ਼ਲ ਦੇ ਉੱਤੇ ਟੈਕਸ ਲਈ ਜਾਂਦਾ। ਤੁਸੀਂ ਬਾਕੀ ਗੱਲਾਂ ਸੁਨੀਲ ਜਾਖੜ ਨੂੰ ਛੱਡ ਦਿਓ, ਇਹਨਾਂ ਦੀ ਭਾਈਵਾਲੀ ਛੱਡ ਦਿਓ। 45 ਰੁਪਏ ਡੀਜ਼ਲ ਦੇ ਹਰ ਲੀਟਰ ਤੇ ਟੈਕਸ ਮੋਦੀ ਸਾਹਿਬ ਲੈ ਰਹੇ ਹੈ, ਕਿਉਂਕਿ ਉਹਨਾਂ ਨੇ ਜਿਹੜੇ ਉਹਨਾਂ ਦੇ ਅੱਗੇ ਭਾਈਵਾਲ ਹੈ, ਰਿਲਾਇੰਸ ਵਾਲਿਆਂ ਦੀ ਫੈਕਟਰੀਆਂ ਹੈ, ਉਹਨਾਂ ਦੀ ਰੂਈਆ ਦੀ ਹੈ, ਜਿਹੜੀ SR ਵਾਲੇ ਹੈ, ਇਹਨਾਂ ਦੀਆਂ ਫੈਕਟਰੀਆਂ ਹੈ। ਲੇਕਿਨ ਜਾਖੜ ਸਾਹਿਬ, ਹੁਣ ਤਾਂ ਅਕਾਲੀ ਦਲ ਵਿਰੋਧ ਕਰ ਰਿਹਾ ਨਾ। ਅਕਾਲੀ ਦਲ ਇਹ ਵੀ ਕਹਿ ਰਿਹਾ ਹੈ ਕਿ NDA ਦਾ ਹਿੱਸਾ ਰਹਿਣਾ ਨਹੀਂ ਰਹਿਣਾ ਅਗਲੇ 4 ਦਿਨਾਂ 'ਚ ਕਲੀਅਰ ਕਰਾਂਗੇ, ਔਰ ਮੋਰਚਾ ਅਕਾਲੀ ਦਲ ਨੇ ਖੋਲਿਆ ਹੋਇਆ। ਸਿਮਰਜੀਤ ਸਿੰਘ ਬੈਂਸ ਹੋਰੀ ਵੀ ਕਹਿ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਚੱਲਣ, ਅਸੀਂ ਨਾਲ ਚੱਲਣ ਨੂੰ ਤਿਆਰ ਹਾਂ। ਤੁਹਾਨੂੰ ਨਹੀਂ ਲੱਗਦਾ ਕਿ ਇਸ ਵੇਲੇ ਸਾਰੀ ਸਿਆਸੀ ਪਾਰਟੀਆਂ ਪੰਜਾਬ ਦੀਆਂ ਇਕਜੁੱਟ ਹੋਣ? ਅਗਰ ਕਿਸਾਨੀ ਦੇ ਨਾਲ ਹੋਣਾ ਹੈ ਤਾਂ ਸਾਰੀ ਸਿਆਸੀ ਪਾਰਟੀਆਂ, ਅਗਰ ਅਕਾਲੀ ਦਲ ਸੱਤਾ ਤੋਂ ਬਾਹਰ ਹੋ ਸਕਦਾ ਹੈ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚਾਹੀਦਾ ਕਿ ਜੋ ਪਹਿਲਾਂ ਗੱਲ ਕਹਿ ਰਹੇ ਸੀ ਕਿ ਸਾਰੇ ਇਕੱਠੇ ਹੋਈਏ, ਹੁਣ ਇਕੱਠੇ ਹੋਣ ਦਾ ਸਮਾਂ ਆ ਗਿਆ। ਦੇਖੋ, ਪਹਿਲਾਂ ਘਰੇ ਤਾਂ ਫੈਸਲਾ ਕਰ ਲੈਣ ਸੁਖਬੀਰ ਬਾਦਲ ਵੀ ਕੌਣ ਕਿੱਥੇ ਖੜਾ ਹੈ। ਹਰਸਿਮਰਤ ਕੌਰ ਜੀ ਦੇ ਬਿਆਨ ਤਾਂ ਕੱਲ ਵੀ ਆ ਰਹੇ ਸੀਗੇ ਵੀ ਆ ਕਾਨੂੰਨ ਮਾੜੇ ਨਹੀਂ, ਕਿਸਾਨਾਂ ਵਾਸਤੇ ਬਹੁਤ ਅੱਛੇ ਹੈ। ਲੋਕਾਂ ਨੂੰ ਗੁੰਮਰਾਹ ਕਰ ਰਹੇ। ਜਿਹੜੀ ਗੱਲ ਮੈਂ ਕਹਿ ਰਿਹਾ, ਆ ਅਕਾਲੀ ਦਲ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ, ਆ ਮੋਦੀ ਸਾਹਿਬ ਦੀ ਸਰਕਾਰ, ਬੀਜੇਪੀ ਦੀ ਸਰਕਾਰ ਦੀ ਏਜੰਟ ਦੇ ਤੌਰ ਤੇ ਕੰਮ ਕਰ ਰਹੀ ਹੈ ਇੱਥੇ, ਤੇ ਕਿਸਾਨਾਂ ਨੂੰ ਮਾਰਨ ਵਾਸਤੇ ਦੋਨੋਂ ਇਕੱਠੇ ਹੈ। ਇੱਧਰਲੇ ਪਾਸੇ ਹੁਣ ਆ ਕੇ ਕਹਿਣਗੇ ਅਸੀਂ ਚੱਕਾ ਜਾਮ ਕਰਾਂਗੇ। ਪੰਜਾਬ ਦਾ ਚੱਕਾ ਜਾਮ ਕਿਉਂ ਕਰੀਏ? ਸਭ ਸੁਖਬੀਰ ਬਾਦਲ ਕੌਣ ਹੁੰਦੇ ਚੱਕਾ ਜਾਮ ਕਰਨ ਵਾਲੇ? ਚੱਕਾ ਜਾਮ ਤਾਂ ਅਕਾਲੀਆਂ ਦਾ ਹੋਣਾ ਚਾਹੀਦਾ ਵੀ ਇਹਨਾਂ ਨੂੰ ਘਰੋਂ ਨਾ ਨਿਕਲਣ ਦਿੱਤਾ ਜਾਵੇ। ਕੀ ਤਮਾਸ਼ਾ ਬਣਾਇਆ ਇਹਨਾਂ ਨੇ? ਅੱਧਾ ਪਰਿਵਾਰ ਕਹਿ ਰਿਹਾ ਵੀ ਆ ਕਾਨੂੰਨ ਬਹੁਤ ਵਧੀਆ, ਅੱਧਾ ਪਰਿਵਾਰ ਕਹਿ ਰਿਹਾ ਪਹਿਲਾਂ ਘਰੇ ਫੈਸਲਾ ਕਰ ਲੈਣ, ਉਹਦੇ ਬਾਅਦ ਕੋਈ ਆ ਕੇ ਲੋਕਾਂ ਨੂੰ ਗੁੰਮਰਾਹ ਕਰਨੋਂ ਛੱਡਣ, ਮਜ਼ਾਕ ਨਾ ਬਣਾਉਣ।
ਤੇ ਉਹਦੇ ਉੱਤੇ ਜਿਹੜਾ ਇਹਨਾਂ ਨੇ ਰਲ ਕੇ ਮੋਦੀ ਸਾਹਿਬ ਦੇ ਨਾਲ ਰਲ ਕੇ ਭਾਈਵਾਲ ਦੀ ਸਰਕਾਰ ਹੈ ਨੇ ਦੋਨਾਂ ਦੀ ਇਕੱਠੇ ਅਕਾਲੀ ਬੀਜੇਪੀ ਕਹਿ ਲਓ ਜਾਂ ਬੀਜੇਪੀ ਅਕਾਲੀ ਜਿਹੜੀ ਹੈ ਗਠਬੰਧਨ, ਇਹਨਾਂ ਨੇ ਆ ਮਜ਼ਾਕ ਕੀਤਾ ਹੈ। ਤੁਸੀਂ ਪੰਕਜ ਜੀ ਕੱਲਾ ਰਾਜਨੀਤੀ ਨਾ ਦੇਖੋ, ਕਿਸਾਨ ਦੀ ਗੱਲ ਕਰੋ। ਇਹਨਾਂ ਨੇ ਜਦੋਂ ਇਲੈਕਸ਼ਨ ਨੇੜੇ ਸੀਗੇ, ਹੁਣ ਜਿਹੜੀ ਕਣਕ ਵਾਲੀ MSP ਵਧਾਈ ਹੈ 2019 'ਚ ਜਦੋਂ ਇਲੈਕਸ਼ਨ ਦੇ ਨਗਾਰੇ ਵਜੇ ਉਦੋਂ ਇਹਨਾਂ ਨੇ 7% ਦੀ 6.8% ਵਧਾਈ ਸੀ ਕਣਕ ਦੀ, ਤੇ ਪੈਡੀ ਦੀ ਝੋਨਾ, ਕਿਉਂਕਿ ਐਨ ਉਸ ਮੌਕੇ ਤੇ ਝੋਨਾ ਤਿਆਰ ਖੜਾ ਸੀਗਾ ਵੋਟਾਂ ਪੈਣ ਵਾਲੇ ਸਮੇਂ, ਉਦੋਂ ਇਹਨਾਂ ਨੇ 12.5% ਦੀ ਪੈਡੀ ਦੇ ਉੱਤੇ ਇਨਕਰੀਜ਼ ਕੀਤਾ ਸੀਗਾ ਕਿਉਂਕਿ ਵੋਟਾਂ ਚਾਹੀਦੀਆਂ ਸੀਗੀਆਂ। ਹੁਣ ਕਣਕ ਨੂੰ ਵਧਾਇਆ, ਕਣਕ ਵਧਾਇਆ 2.5% ਦੀ 2.6%। ਸਾਰਾ ਕੰਮ ਵੋਟਾਂ ਵਾਸਤੇ ਕਰੀ ਜਾਂਦੇ ਆ, ਪਰ ਮੋਦੀ ਸਾਹਿਬ ਭੁੱਲ ਗਏ ਵੀ ਪੰਜਾਬ ਦੇ ਅੰਦਰ ਕਿਸਾਨ ਹੀ ਹੈ ਜਿਹੜਾ ਪੰਜਾਬ ਨੂੰ ਖਿੱਚੀ ਫਿਰਦਾ। ਔਰ ਸਾਡੇ ਕੋਲ ਇੱਥੇ ਕਿਹੜੀ ਖਾਨ ਕੋਇਲੇ ਦੀ ਹੈ ਜਿਹਦੇ ਤੇ ਰਾਇਲਟੀ ਲੇਕਿਨ ਲੈਣਾ ਡਾਕਟਰ ਸਾਹਿਬ ਕਾਂਗਰਸ ਦਾ ਅਗਲਾ ਰੁਖ ਕੀ ਰਹੇਗਾ? ਕੱਲ ਰਾਜਕੁਮਾਰ ਵੇਰਕਾ ਹੋਰਾਂ ਨਾਲ ਗੱਲ ਹੋ ਰਹੀ ਸੀ, ਉਹ ਮੁੱਖ ਮੰਤਰੀ ਨੂੰ ਮਿਲੇ, ਕਹਿੰਦੇ ਕਿ ਸਪੈਸ਼ਲ ਸੈਸ਼ਨ ਬੁਲਾਇਆ ਜਾਏਗਾ, ਇਸ ਸੈਕਟਰ ਨੂੰ ਰੱਦ ਕੀਤਾ ਜਾਏਗਾ। ਕਦੋਂ ਇਹ ਸਪੈਸ਼ਲ ਸੈਸ਼ਨ ਬੁਲਾਇਆ ਜਾ ਰਿਹਾ? ਔਰ ਇੱਕ ਚਰਚਾ ਇਹ ਸੀਗੀ ਕਿ ਸਰਕਾਰ ਦਿੱਲੀ ਜਾਏਗੀ, 23 ਤਰੀਕ ਨੂੰ ਦਿੱਲੀ ਜਾਏਗੀ। ਇਹ ਦੋ ਕਦੋਂ ਜਿਹੜੇ ਹੈ ਕਦਮ ਕਾਂਗਰਸ ਵੱਲੋਂ ਉਠਾਏ ਜਾਣਗੇ? ਦੇਖੋ, ਕਿਉਂਕਿ ਵੇਰਕਾ ਸਾਹਿਬ ਕਿਸ ਤਰ੍ਹਾਂ ਕਿਹੜੇ ਸੈਸ਼ਨ ਦੀ ਗੱਲ ਕਰ ਰਹੇ ਆ, ਉਹਨਾਂ ਦੀ ਕੋਈ ਗੱਲ ਹੋਈ ਹੈ ਮੈਨੂੰ ਉਸ ਗੱਲ ਦਾ ਇਲਮ ਨਹੀਂ। ਜਿੰਨਾ ਮੈਨੂੰ ਪਤਾ ਹੈ ਵੀ ਅਸੀਂ ਕਾਂਗਰਸ ਦਾ ਜਿਹੜਾ ਮੁਹਿੰਮ ਹੈ ਉਹ ਹਾਈ ਕਮਾਂਡ ਪੂਰੇ ਨੈਸ਼ਨਲ ਪੱਧਰ ਤੇ ਸਾਡੀ AICC ਹੈ ਜਿਹੜੀ ਇਹਨੂੰ ਕਰ ਰਹੀ ਹੈ। ਉਸ ਕਰਕੇ ਆ ਜਿਹੜਾ 23 ਤਰੀਕ ਵਾਲਾ ਪ੍ਰੋਗਰਾਮ ਸੀ ਆ ਕੋਆਰਡੀਨੇਟ ਕਰਕੇ ਵੀ ਇਕੱਠਾ ਪੂਰੇ ਹਿੰਦੁਸਤਾਨ ਦੇ ਅੰਦਰ ਜ਼ਬਰਦਸਤ ਪ੍ਰੋਟੈਸਟ ਕਰਨ ਦੀ ਜਿਹੜੀ ਤਿਆਰੀ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਤਾਲਮੇਲ ਕਰਾਂਗੇ, ਕਿਉਂਕਿ ਇਕੱਲਾ ਪੰਜਾਬ ਦੇ ਉੱਤੇ ਪੰਜਾਬ ਵਾਸਤੇ ਤਾਂ ਮਾਰੂ ਹੈ ਹੀ ਹੈ, ਬਾਕੀ ਸੂਬਿਆਂ ਦੇ ਅੰਦਰ ਵੀ ਤੁਸੀਂ ਦੇਖੋ ਕੱਲ ਕਰਨਾਟਕ ਅਕਾਲੀ ਦਲ ਨੇ ਤਾਂ 25 ਤਰੀਕ ਨੂੰ ਐਲਾਨ ਕਰ ਦਿੱਤਾ, ਕਾਂਗਰਸ ਕਦੋਂ ਐਲਾਨ ਕਰ ਰਹੀ ਹੈ ਕਿ ਕਾਂਗਰਸ ਵੀ ਪੰਜਾਬ ਬੰਦ ਕਰੇਗੀ, ਕਾਂਗਰਸ ਦਿੱਲੀ ਜਾਏਗੀ ਜਾਂ ਕਾਂਗਰਸ ਕਿਸਾਨਾਂ ਕੋਲ ਬੈਠੇਗੀ? ਕੀ ਕੁਝ ਕਾਂਗਰਸ ਦੀ ਰੂਪਰੇਖਾ ਰਹਿ ਰਹੀ ਹੈ? ਕਿਉਂਕਿ ਤੁਹਾਡੇ ਨਾਲ ਕੱਲ ਹਰੀਸ਼ ਰਾਵਤ ਹੋਰਾਂ ਦੀ ਵੀ ਗੱਲਬਾਤ ਹੋਈ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ। ਸਾਡਾ ਪ੍ਰੋਗਰਾਮ ਜਿਹੜਾ ਹੈ, ਅਸਤਾ ਪ੍ਰੋਗਰਾਮ ਸਾਡਾ ਤਾਂ ਆਲਰੇਡੀ ਚੱਲ ਰਿਹਾ ਹੈ। ਅਸੀਂ ਟਰੈਕਟਰ ਰੈਲੀ ਗਏ ਕੱਲ, ਮੈਂ ਅੱਜ ਚਿੱਠੀ ਜਿਹੜੀ ਉਹ ਮੈਂ ਕਹਿ ਰਿਹਾ ਸੀਗਾ ਹੁਣ ਡਿਲੀਵਰ ਕਰਕੇ ਖੱਟੜ ਸਾਹਿਬ ਨੂੰ ਉਹਨਾਂ ਦੇ ਘਰੇ ਡਿਲੀਵਰ ਕਰਾਈ ਹੈ। ਅਸਤਾ ਟਰੈਕਟਰ ਰੈਲੀ ਲੈ ਕੇ ਚੱਲੇ ਸੀ ਕੱਲ ਸਾਰੇ ਪੰਜਾਬ ਦੇ ਪਿੰਡਾਂ ਦੇ ਅੰਦਰ, ਬਲਾਕਸ ਦੇ ਅੰਦਰ ਅਸੀਂ ਇਸ ਗੱਲ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਹੈ। ਅੱਗੇ ਵੀ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਉਸੇ ਤਰ੍ਹਾਂ ਚੱਲਦਾ ਰਹੂਗਾ। ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਤੇ ਇਸ ਕਿਸਾਨਾਂ ਵਾਸਤੇ ਜਿੱਥੇ ਤਾਈਂ ਵੀ ਸਾਨੂੰ ਜਾਣਾ ਪਊਗਾ ਹਰ ਸੰਭਵ ਪ੍ਰਯਾਸ ਅਸੀਂ ਕਰਾਂਗੇ। ਆ ਜਿਹੜੀ ਚਿੱਠੀ ਉਹਨਾਂ ਨੂੰ ਭੇਜੀ ਹੈ ਹੁਣ ਖੱਟਰ ਸਾਹਿਬ ਨੂੰ, ਹਰਿਆਣਾ ਦੇ ਮੁੱਖ ਮੰਤਰੀ ਨੂੰ ਤੁਸੀਂ ਲਿਖੀ ਹੈ ਸਾਹਿਬ ਨੂੰ, ਅੱਜ ਉਹਨਾਂ ਦੇ ਘਰੇ ਮੈਂ ਰਿਸੀਵ ਕਰਾ ਕੇ ਆਇਆ, ਕਿਉਂਕਿ ਇਹ ਬਹੁਤ ਹੀ ਉਲਟੀ ਪਿਰਤ ਪਾ ਰਹੇ ਹੈ। ਦੇਖੋ ਆ ਸੰਘੀਏ ਢਾਂਚੇ ਦੇ ਅੰਦਰ ਇਸ ਮੁਲਕ ਦੇ ਸਾਰੇ ਅਸੀਂ ਵਸਿੰਦੇ ਹਾਂ। ਸਾਡਾ ਜਿਹੜਾ ਲੋਕਤੰਤਰ ਹੈ, ਸਾਰਿਆਂ ਨੂੰ ਆਉਣ ਜਾਣ ਦੀ ਆਜ਼ਾਦੀ ਹੈ, ਆਪਣੀ ਗੱਲ ਰੱਖਣ ਦੀ ਆਜ਼ਾਦੀ ਹੈ। ਅਸੀਂ ਅਗਰ ਸਹਿਮਤ ਨਹੀਂ ਮੋਦੀ ਸਾਹਿਬ ਦੇ ਕਿਸਾਨ ਮਾਰੂ ਕਾਨੂੰਨਾਂ ਨਾਲ ਤਾਂ ਸਾਨੂੰ ਕਹਿਣ ਦਾ ਹੱਕ ਹੈ। ਹਰਿਆਣਾ ਦਾ ਕਿਸਾਨ ਵੀ ਪੰਜਾਬ ਨਾਲੋਂ ਜ਼ਿਆਦਾ ਦੁਖੀ ਹੈ। JJP ਹੋਰਾਂ ਨੇ ਇਹ ਕਹਿ ਦਿੱਤਾ ਕਿ ਅਗਰ MSP ਟੁੱਟੀ ਤਾਂ ਅਸੀਂ ਛੱਡ ਦਾਂਗੇ। JJP ਦੇ ਸਟੈਂਡ ਨੂੰ ਕਿਵੇਂ ਦੇਖਦੇ ਹੋ? ਦੂਜੇ ਪਾਸੇ ਪ੍ਰਧਾਨ ਮੰਤਰੀ ਲਗਾਤਾਰ ਕਹਿ ਰਹੇ ਕਿ MSP ਨਹੀਂ ਟੁੱਟੇਗੀ, ਨਹੀਂ ਟੁੱਟੇਗੀ, ਨਹੀਂ ਟੁੱਟੇਗੀ। ਕੇਂਦਰ ਸਰਕਾਰ ਲਗਾਤਾਰ ਕਹਿ ਰਹੀ ਕਿ MSP ਨਹੀਂ ਟੁੱਟੇਗੀ, ਲੇਕਿਨ ਕਾਂਗਰਸ ਵਰਗਲਾ ਰਹੀ ਹੈ। ਇਹ ਲਗਾਤਾਰ BJP ਦੇ ਲੀਡਰ ਇਹ ਦਾਅਵਾ ਕਰ ਰਹੇ ਆ। ਦੇਖੋ ਮੋਦੀ ਸਾਹਿਬ ਕੀ ਕਹਿ ਰਹੇ ਹੈ। ਮੋਦੀ ਸਾਹਿਬ ਨੇ ਪਹਿਲਾਂ ਜੋ ਕੁਝ ਕਿਹਾ ਹੈ ਉਹਦਾ ਕੀ ਹੋਇਆ ਹੈ ਮਸਲਾ। ਦੇਖੋ ਪੰਕਜ ਜੀ, ਫਿਰ ਉੱਥੇ ਗੱਲ ਆ ਜਾਂਦੀ ਹੈ, ਲੋਕਾਂ ਨੂੰ ਗੁੰਮਰਾਹ ਕੌਣ ਕਰ ਰਿਹਾ? ਗੁੰਮਰਾਹ ਪ੍ਰਧਾਨ ਮੰਤਰੀ ਮੇਰੇ ਖਿਆਲ 'ਚ ਖੁਦ ਗੁੰਮਰਾਹ ਕਰ ਰਹੇ ਜਦੋਂ ਕਹਿ ਰਹੇ MSP ਰਹੂਗੀ। MSP ਦਾ ਰਹਿਣਾ ਨਾ ਰਹਿਣਾ, ਹੁਣ ਜਿਹੜੇ MSP ਇਹਨਾਂ ਨੇ ਡਿਕਲੇਅਰ ਕੀਤੀ ਹੈ, ਕਿੰਨੀਆਂ ਜਿਨਸਾਂ ਵਿਕ ਰਹੀਆਂ MSP ਤੇ, ਉਹਨਾਂ ਦਾ ਇੰਤਜ਼ਾਮ ਕਰਨ। ਸਾਨੂੰ MSP ਦਾ ਮਸਲਾ ਨਹੀਂ, ਸਾਨੂੰ ਮਸਲਾ ਹੈ MSP ਤੇ ਸਰਕਾਰੀ ਖਰੀਦ ਦਾ। ਪੰਜਾਬ ਤੇ ਹਰਿਆਣੇ ਦੇ ਅੰਦਰ ਝੋਨਾ ਤੇ ਕਣਕ ਦੋਨੋਂ ਅੱਜ ਤਾਈਂ ਇੱਕ ਦਾਣਾ ਖਰੀਦਿਆ ਜਾਂਦਾ ਹੈ, ਜਿਹਦੇ ਉੱਤੇ ਮੋਦੀ ਸਾਹਿਬ ਦੀ ਸਰਕਾਰ ਦੀ, BJP ਸਰਕਾਰ ਦੀ ਮਾੜੀ ਅੱਖ ਹੈ। ਉਹਨੂੰ ਬੰਦ ਕਰਨ ਲੱਗੇ ਆ, ਹੌਲੀ ਹੌਲੀ ਬੰਦ ਕਰਨਗੇ। ਅਜੇ ਇੱਕ ਦਿਨ 'ਚ ਬੰਦ ਨਹੀਂ ਹੋਣਾ ਪੰਕਜ ਜੀ। ਜਿਹੜੇ ਹੁਣ ਆ ਕੇ BJP ਦੇ ਲੀਡਰ ਦਮਗਜੇ ਮਾਰਨਗੇ, ਉਹਨਾਂ ਨੂੰ ਵੀ ਇਲੈਕਸ਼ਨ ਦਿਸੀ ਜਾਂਦਾ ਹੈ 2022 ਦਾ। 2022 ਤਾਈਂ ਤਾਂ ਇਹਨਾਂ ਨੇ ਗਰਾਊਂਡ ਵਰਕ ਤਿਆਰ ਕਰਨਾ ਹੈ। ਜਿਹੜਾ ਕਿਸਾਨ ਨੂੰ ਹਲਾਲ ਕਰਨਗੇ ਨਾ, ਉਹ ਬਾਅਦ 'ਚ ਕਰਨਗੇ। 2022 ਦੇ ਬਾਅਦ ਉਹਦੀ ਤਿਆਰੀਆਂ ਕਰਤੀਆਂ ਇਹਨਾਂ ਨੇ। ਜਿਸ ਤਰ੍ਹਾਂ ਕੱਲ ਮੈਂ ਉੱਥੇ ਡੇਰਾ ਬੱਸੀ ਪਠਾਣਾ ਬੈਠਾ ਜਦੋਂ ਕਿਸਾਨਾਂ ਨਾਲ ਗੱਲ ਕਰ ਰਿਹਾ ਸੀਗਾ, ਉੱਥੇ ਇੱਕ ਗੱਲ ਮੈਂ ਕਿਸਾਨਾਂ ਨਾਲ ਸਾਂਝੀ ਕੀਤੀ। ਮੈਂ ਕਿਹਾ ਜਿਸ ਤਰ੍ਹਾਂ ਅੱਜ FCI ਖਰੀਦ ਰਹੀ ਹੈ, ਓਡੇ ਪੱਧਰ ਦੀ ਅਜੇ ਤਾਈਂ ਨਾ ਤਾਂ ਅੰਬਾਨੀਆਂ ਕੋਲ ਇਨਫਰਾਸਟ੍ਰਕਚਰ, ਨਾ ਸੈਟਅਪ, ਇੱਕਦਮ ਇੰਨੀ ਕਣਕ ਜਾਂ ਝੋਨਾ ਚੱਕਣਾ ਪੋਸੀਬਲ ਹੈ ਨਹੀਂ। ਉਹਨਾਂ ਨੂੰ ਪਹਿਲਾਂ ਸ਼ਿੰਗਾਰ ਰਹੇ, ਤਿਆਰ ਕਰ ਰਹੇ ਹੈ, ਖੋਲ ਕੇ ਵੀ ਬਾਹਰ ਕਰ ਲਓ। ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਰਾਜਪੁਰੇ ਵਾਲਾ ਥਰਮਲ ਪਲਾਂਟ ਲਾਇਆ, ਤਲਵੰਡੀ ਸਾਬੋ ਵਾਲਾ ਪਲਾਂਟ ਲਾਇਆ। ਜੇ ਉਹ ਪਲਾਂਟ ਨਾ ਲੱਗੇ ਹੁੰਦੇ, ਸੁਖਬੀਰ ਬਾਦਲ ਹੋਰਾਂ ਨੇ ਨਾ ਲਾਏ ਹੁੰਦੇ, ਤੁਹਾਡਾ ਕੀ ਖਿਆਲ ਹੈ ਬਠਿੰਡਾ ਪਲਾਂਟ ਬੰਦ ਹੋਣਾ ਸੀਗਾ? ਕਿਉਂਕਿ ਪਲਾਂਟ ਲੱਗੇ, ਇਹ ਖੜੇ ਸੀਗੇ, ਉਹਦੇ ਬਾਅਦ ਉਹਨਾਂ ਨੂੰ ਬੰਦ ਕਰਨ ਦੀ ਨੌਬਤ ਆ ਗਈ। ਤੇ ਜਦੋਂ ਅੰਬਾਨੀਆਂ ਤੇ ਅਡਾਨੀਆਂ ਦੇ ਪੈਰ ਲੱਗੇ,
ਉਹ ਖਰੀਦਣ ਵਾਲੀ ਪੋਜੀਸ਼ਨ 'ਚ ਪਹੁੰਚ ਗਏ ਵੀ ਅਸੀਂ 1.25 ਕਰੋੜ ਕਣਕ ਇੱਥੋਂ ਟਨ ਲੱਖ ਜਾਖੜ ਸਾਹਿਬ, ਸਵਾਲ ਇੱਥੇ ਇਹ ਹੈ ਕਿ ਜੋ ਮੁੱਖ ਮੰਤਰੀ ਕਹਿ ਰਹੇ ਸੀ ਸਾਰੇ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ, ਤੁਹਾਨੂੰ ਲੱਗਦਾ ਨਹੀਂ ਕਿ ਹੁਣ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ? ਬਿਲਕੁਲ ਹੋਣਾ ਚਾਹੀਦਾ ਹੈ। ਸਿਮਰਜੀਤ ਮਾਨ ਨੇ ਉਹਨਾਂ ਨੇ ਜਿਹੜੀ ਗੱਲ ਸਿਮਰਜੀਤ ਸਿੰਘ ਬੈਂਸ ਹੋਰਾਂ। ਸਿਮਰਜੀਤ ਬੈਂਸ ਨੇ ਜਿਹੜੀ ਗੱਲ ਕੀਤੀ ਹੈ, ਮਾਨ ਸਾਹਿਬ ਵੀ ਇਸ ਗੱਲ ਤੇ ਮੈਂ ਸਮਝਦਾ, ਈਵਨ ਸਿਮਰਜੀਤ ਮਾਨ ਹੋਰੀ ਵੀ ਉਹਨਾਂ ਨੇ ਵੀ ਇੱਕ ਚਿੱਠੀ ਲਿਖ ਕੇ ਪੂਰਾ ਇਸ ਗੱਲ ਨੂੰ, ਮੇਰੇ ਕੋਲ ਚਿੱਠੀ ਉਹਨਾਂ ਨੇ ਕਿਹਾ ਵੀ ਤਕੜੇ ਹੋ ਕੇ ਕਿਸਾਨਾਂ ਦੀ ਆਪਾਂ ਲੜਾਈ ਲੜੀਏ, ਪੰਜਾਬੀ ਦੀ ਲੜਾਈ ਲੜੀਏ। ਰਗੜੀ ਜਾਂਦੇ ਮੋਦੀ ਸਾਹਿਬ ਬੈਠੇ ਉੱਥੇ, ਪਰ ਪਾਰਟੀਆਂ ਤਾਂ ਅਸੀਂ ਲੈ ਲਾਂਗੇ, ਨਾਲ ਚੱਲਣੀ ਵਿੱਚ ਇਹਦੇ ਅਸੀਂ ਕਿਸਾਨਾਂ ਨਾਲ ਖੜੇ ਆ। ਕੋਈ ਨਾਲ ਆਮ ਆਦਮੀ ਪਾਰਟੀ ਦਾ ਸਵਾਗਤ ਹੈ, ਢੀਂਡਸਾ ਸਾਹਿਬ ਦਾ ਸਵਾਗਤ ਹੈ, ਬ੍ਰਹਮਪੁਰਾ ਸਾਹਿਬ ਦਾ ਸਵਾਗਤ ਹੈ, ਸਾਰੇ ਅਸੀਂ ਅਕਾਲੀ ਦਲ ਦਾ ਸਵਾਗਤ ਕਰਦੇ ਹੋ। ਅਕਾਲੀ ਦਲ 25 ਤਰੀਕ ਨੂੰ, ਅਕਾਲੀ ਦਲ ਮਾਈਨਸ ਦਿਸ ਪ੍ਰੈਜ਼ੈਂਟ ਲੀਡਰਸ਼ਿਪ, ਅਕਾਲੀ ਦਲ ਸਵਾਗਤ ਹੈ ਸਾਹਿਬ। ਅਕਾਲੀ ਦਲ ਦੇ ਉਹ ਲੀਡਰ ਜਿਸ ਤਰ੍ਹਾਂ ਚੰਦੂ ਮਾਜਰਾ ਜੀ ਜਾਂ ਭੁੰਦੜ ਸਾਹਿਬ ਖੜੇ ਗੱਲ ਕਰ ਰਹੇ ਪਏ, ਜਿਹੜੇ ਅੰਦਰ ਬੈਠ ਕੇ ਕਹਿ ਰਹੇ ਆ ਬੀਬਾ ਜੀ ਤੋਂ ਅਸਤੀਫਾ ਨਹੀਂ ਦੇਣਾ ਚਾਹੀਦਾ ਸੀਗਾ, ਆਪਾਂ ਕੌਣ ਮਰੀ ਜਾਂਦੇ ਆ, ਬੀਬਾ ਜੀ ਵੀ ਕਹਿ ਰਹੇ ਆ। ਇਹਨਾਂ ਲੀਡਰਾਂ ਨੂੰ ਅਸੀਂ ਕਿਵੇਂ ਐਕਸੈਪਟ ਕਰ ਲਾਂਗੇ ਸਾਹਿਬ? ਇਹ ਤਾਂ ਮੋਦੀ ਸਾਹਿਬ ਦੇ ਏਜੰਟ ਹੈ, ਘਰ ਕਾ ਭੇਦੀ ਲੰਕਾ ਡਾਏ। ਇਹਨਾਂ ਨੂੰ ਅੰਦਰ ਵੜ ਕੇ ਤਾਂ ਜਿਹੜੇ ਮਸਾਂ ਤਾਂ ਸਾਰੀ ਕਿਸਾਨ ਜਥੇਬੰਦੀਆਂ, ਤੁਹਾਨੂੰ ਵੀ ਦੇਖਦੇ ਬਹੁਤ ਸਮਾਂ ਹੋ ਗਿਆ, ਮੈਂ ਆਪਣੀ ਜ਼ਿੰਦਗੀ 'ਚ ਇੰਨਾ ਏਕਾ ਕਦੇ ਨਹੀਂ ਦੇਖਿਆ ਵੀ ਸਾਰੇ ਇੱਕ ਮੰਚ ਤੇ ਖੜੇ ਹੈ, ਕੋਈ ਇੱਕ ਦੂਜੇ ਦੀ ਲੱਤ ਨਹੀਂ ਖਿੱਚ ਰਿਹਾ। ਇਹ ਜਿੱਦਣ ਆ ਗਏ ਇਹਨਾਂ ਨੇ ਦੋ ਫਾੜ ਕਰਨੀ ਹੈ, ਇੱਕ ਲੀਡਰ ਨੂੰ ਬੁੱਕਲ 'ਚ ਲੈ ਕੇ ਆਓ, ਤੈਨੂੰ ਮੈਂ ਪ੍ਰਧਾਨ ਮੰਤਰੀ ਨੂੰ ਮਿਲਾ ਕੇ ਲਿਆਣਾ, ਇੱਕ ਜੇ ਕਿਤੇ ਕਿਸੇ ਨੂੰ ਤੋੜ ਲਿਆ ਇਹਨਾਂ ਨੇ, ਤੇ ਫਿਰ ਤਾਂ ਜਿਹੜਾ ਇਕਜੁੱਟਤਾ ਹੈ ਜਿਹੜੀ, ਉਹ ਜਿਵੇਂ ਸਵੈਟਰ ਤੋਂ ਇੱਕ ਧਾਗਾ ਖਿੱਚਦੇ ਸੀ ਨਾ, ਪੁਰਾਣੀਆਂ ਜਿਹੜੀਆਂ ਸਵੈਟਰਾਂ ਸੀ ਜਿਹੜੇ ਘਰੇ ਬੁਣਦੇ ਸੀਗੇ, ਇੱਕ ਧਾਗਾ ਖਿੱਚਿਆ ਸਾਰੀ ਸਵੈਟਰ ਉੱਧੜ ਜਾਂਦੀ ਸੀ। ਆਹ ਸਾਰਾ ਸੰਘਰਸ਼ ਫੇਲ ਹੋ ਜਾਊਗਾ। ਮੋਦੀ ਸਾਹਿਬ ਤੇ ਅਡਾਨੀ ਸਾਹਿਬ ਬੱਲੇ ਬੱਲੇ ਕਰਨਗੇ, ਕਿਸਾਨ ਇੱਥੇ ਝਾਕਣਗੇ। ਅਕਾਲੀ ਦਲ ਤਾਂ ਵਿਰੋਧ ਦਰਜ ਕਰ ਹੀ ਰਿਹਾ। ਅਸੀਂ ਪਾਰਲੀਮੈਂਟ 'ਚ ਦੇਖਿਆ ਜਿਸ ਤਰੀਕੇ ਨਾਲ ਰਾਜ ਸਭਾ 'ਚ ਬਿੱਲ ਪਾਸ ਹੋਇਆ। ਹੁਣ 8 ਮੈਂਬਰ ਪਾਰਲੀਮੈਂਟ ਨੂੰ ਜਿਹੜਾ ਵਾ ਸਸਪੈਂਡ ਕੀਤਾ ਵਾ, ਉਹ ਧਰਨੇ ਤੇ ਬੈਠੇ ਹੋਏ ਨੇ। ਦੂਜੇ ਪਾਸੇ ਅਸੀਂ ਦੇਖਿਆ ਦਿੱਲੀ ਪੁਲਿਸ ਦੇ ਨਾਲ ਧੱਕਾ ਮੁੱਕੀ ਪੰਜਾਬ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨਾਲ ਹੋਈ। ਉਸ ਪੂਰੇ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਬਹੁਤ ਹੀ ਮੰਦਭਾਗਾ। ਇਹ ਕਹਿੰਦੇ ਹੈ ਉਪ ਸਭਾਪਤੀ ਰਾਜ ਸਭਾ ਦੀ ਤੋਹੀਨ ਕੀਤੀ ਹੈ। ਮੈਂ ਕਹਿੰਦਾ ਬੀਜੇਪੀ ਸਰਕਾਰ ਨੇ ਤੇ ਬੀਜੇਪੀ ਤੇ ਅਕਾਲੀ ਭਾਈਵਾਲ ਸਰਕਾਰ ਨੇ ਲੋਕਤੰਤਰ ਦੀ ਤੋਹੀਨ ਕੀਤੀ ਹੈ। ਕੱਲ ਸਾਡੇ MP ਸਾਹਿਬਾਨ ਦੇ ਨਾਲ ਬਿੱਟੂ ਜੀ ਸੀਗੇ, ਚੌਧਰੀ ਸੰਤੋਖ ਸਿੰਘ ਸੀਗੇ, ਔਜਲਾ ਸਾਹਿਬ ਸੀਗੇ, ਡਿੰਪਾ ਜੀ ਸੀਗੇ। ਜਿਸ ਕਿਸਮ ਦਾ ਦੁਰਵਿਵਹਾਰ ਕੀਤਾ ਹੈ, ਉਹ ਲੋਕਾਂ ਦੇ ਨੁਮਾਇੰਦੇ ਹੈ। 15-15 ਲੱਖ ਵੋਟਾਂ ਦੇ ਨੁਮਾਇੰਦਗੀ ਉੱਥੇ ਕਰਕੇ ਉਹਨਾਂ ਨੇ, ਪੰਜਾਬ ਦੀ ਆਵਾਜ਼ ਹੈ ਉਹ, ਉਹਨਾਂ ਨੂੰ ਜੇ ਦਿੱਲੀ ਦੀ ਪੁਲਿਸ ਇਸ ਤਰ੍ਹਾਂ ਕਰੂਗੀ ਤਾਂ ਮੈਂ ਲੱਗਦਾ ਫਿਰ ਉਹਦੇ ਬਾਅਦ ਤਾਂ ਧੱਕੇ ਨਾਲ ਸੁੱਤੇ ਸ਼ੇਰ ਨੂੰ ਜਗਾਉਣ ਵਾਲੀ ਗੱਲ ਕਰ ਰਹੀ ਹੈ ਕੇਂਦਰ ਸਰਕਾਰ। ਆ ਪੰਜਾਬ ਹੈ, ਪੰਜਾਬ ਨੂੰ ਦੇਖੀਏ। ਇੱਕ ਪੰਕਜ ਜੀ, ਮੈਂ ਬੜੀ ਸਪਸ਼ਟ ਕਹਿਣਾ ਚਾਹੁੰਦਾ, ਮੋਦੀ ਸਾਹਿਬ ਨੇ ਕੱਲ ਟਵੀਟ ਕੀਤੇ, ਪੰਜਾਬੀ 'ਚ ਟਵੀਟ ਕੀਤੇ। ਅੱਛੀ ਗੱਲ ਹੈ ਪੰਜਾਬੀ 'ਚ ਟਵੀਟ ਕੀਤੇ ਹੈ, ਪਰ ਜੇ ਪੰਜਾਬੀ 'ਚ ਟਵੀਟ ਕਰਨੇ ਸੀ ਤਾਂ ਪਹਿਲਾਂ ਤਾਂ ਜੰਮੂ ਕਸ਼ਮੀਰ 'ਚ ਪੰਜਾਬੀ ਲੱਗਣੀ ਚਾਹੀਦੀ ਸੀਗੀ, ਉਹ ਜ਼ਰੂਰੀ ਹੈ। ਪਰ ਉਸ ਤੋਂ ਵੀ ਜ਼ਰੂਰੀ ਹੈ ਪੰਜਾਬੀ ਭਾਵਨਾ ਸਮਝੋ, ਪੰਜਾਬੀ ਲੈਂਗੁਏਜ ਦੀ ਗੱਲ ਨਹੀਂ, ਪੰਜਾਬ ਦੀ ਸਾਈਕੀ ਸਮਝੋ, ਪੰਜਾਬ ਨੂੰ ਸਮਝੋ। ਪੰਜਾਬ ਕੋਈ ਦੂਜੇ ਸੂਬਿਆਂ ਵਰਗਾ ਨਹੀਂ। ਇੱਥੇ ਪੜੋਸੀ ਮੁਲਕ ਤਾਂ ਲਈ ਬੈਠੇ ਹੈ, ਮਸ਼ਾਲ ਲਈ ਬੈਠੇ ਹੈ, ਮਿੱਟੀ ਦਾ ਤੇਲ ਲਈ ਬੈਠੇ ਹੈ ਅਗਰ ਲਾਉਣ ਨੂੰ। ਇਹ ਤੁਸੀਂ ਇਹ ਜਿਹਾ ਮਾਹੌਲ ਕ੍ਰੀਏਟ ਨਾ ਕਰੋ। ਮੋਦੀ ਸਾਹਿਬ, ਕਿਸਾਨ ਦੀ ਗੱਲ ਸੁਣੋ, ਬੈਠ ਕੇ ਕਿਸਾਨ ਦੀ ਜਿਹੜੀ ਸਮੱਸਿਆ ਹੈ ਉਹਨੂੰ ਹੱਲ ਕਰਨ ਦਾ ਕੋਸ਼ਿਸ਼ ਕਰੋ। ਅੰਬਾਨੀਆਂ ਅਡਾਨੀਆਂ ਬਿਨਾਂ ਮੁਲਕ ਵੀ ਚੱਲ ਜੂਗਾ, ਪਹਿਲਾਂ ਵੀ ਚੱਲਦਾ ਰਿਹਾ, ਕਿਸਾਨ ਬਿਨਾਂ ਨਹੀਂ ਚੱਲਣਾ। ਪੰਜਾਬ ਨੂੰ ਸਾਂਭੋ, ਪੰਜਾਬ ਦੀ ਗੱਲ ਸੁਣੋ। ਪੰਜਾਬ ਦੀ ਰੂਪਰੇਖਾ ਤਿਆਰ ਹੋਈ, ਕਾਂਗਰਸ ਦੀ ਕੋਈ ਰੂਪਰੇਖਾ ਤਿਆਰ ਹੋਈ ਅਜੇ ਤੱਕ ਕਿਵੇਂ ਕਰਨਾ? ਕਿਉਂਕਿ ਸਾਡੀ ਰੂਪਰੇਖਾ ਤਿਆਰ ਹੈ। ਅਸੀਂ ਕਿਸਾਨ ਵਾਸਤੇ ਹਰ ਹੱਦ ਤਾਈਂ ਜਾਵਾਂਗੇ। ਹਰ ਜੋ ਕੁਝ ਵੀ ਸਾਨੂੰ ਸੰਘਰਸ਼ ਕਰਨਾ ਪਿਆ, ਸਾਨੂੰ ਸਾਡੀ ਸੈਂਟਰਲ ਲੀਡਰਸ਼ਿਪ, ਪੰਜਾਬ ਦਾ ਕਿਸਾਨ, ਹਿੰਦੁਸਤਾਨ ਦਾ ਕਿਸਾਨ, ਸਾਰੇ ਅਸੀਂ ਰਲ ਮਿਲ ਕੇ ਤਗੜੇ ਹੋ ਕੇ ਦੀ ਲੜਾਈ ਲੜਾਂਗੇ, ਪੂਰੇ ਨੈਸ਼ਨਲ ਪੱਧਰ ਤੇ ਲੜਾਈ ਲੜਾਂਗੇ। ਤਾਂ ਸੁਨੀਲ ਜਾਖੜ ਹੋਰੀ ਸਾਫ਼ ਤੌਰ ਤੇ ਕਹਿ ਰਹੇ ਕਿ ਹਰ ਤਰ੍ਹਾਂ ਦੀ ਲੜਾਈ ਲੜੀ ਜਾਏਗੀ ਔਰ ਅਕਾਲੀ ਦਲ ਨੂੰ ਛੱਡ ਕੇ ਬਾਕੀ ਸਿਆਸੀ ਪਾਰਟੀਆਂ ਕਾਂਗਰਸ ਦੇ ਨਾਲ ਆਣ, ਉਹ ਚੱਲਣ ਲਈ ਤਿਆਰ ਹੈ। ਲੇਕਿਨ ਅਕਾਲੀ ਦਲ ਨੂੰ ਕੋਰੀ ਨਾ ਜਿਹੜੀ ਹੈ ਉਹ ਕਾਂਗਰਸ ਵੱਲੋਂ ਕੀਤੀ ਜਾ ਰਹੀ ਹੈ। ਕੈਮਰਾਮੈਨ ਸੰਦੀਪ ਦੇ ਨਾਲ ਪੰਕਜ ਕਪਾਈ, ਨਿਊਜ਼ 18 ਚੰਡੀਗੜ੍ਹ।